ਅਸੀਂ ਫਟਾਫਟ ਆਪਣਾ ਸਮਾਨ ਚੱਕਿਆ, ਆਪਣੇ ਦੋਸਤਾਂ ਦੇ ਘਰ ਗਏ, ਉੱਥੋਂ ਸਮਾਨ ਪੈਕ ਕਰਕੇ ਖਾਣਾ ਵਾਣਾ ਖਾ ਕੇ ਉਹਦੇ ਸਾਇਰਨ ਵੱਜਣ ਲੱਗ ਗਿਆ ਇੱਕਦਮ। ਉਹਨਾਂ ਨੇ ਸਾਨੂੰ ਮਤਲਬ ਦੱਸਿਆ ਕਿ ਅਗਰ ਇੱਕ ਸਾਇਰਨ ਵੱਜਦਾ ਇਹਦਾ ਮਤਲਬ ਹੈ ਕਿ ਡੇਂਜਰ ਨਜ਼ਦੀਕ ਹੈ, ਅਲਰਟ ਕਰਨ ਵਾਸਤੇ। ਜੇ 2 ਸਾਇਰਨ ਵੱਜ ਰਿਹਾ ਮਤਲਬ ਤੁਸੀਂ ਫਟਾਫਟ ਸ਼ੈਲਟਰ ਦੇ ਅੰਦਰ ਜਾਣਾ ਹੈ, ਕੁਝ ਵੀ ਹੋ ਸਕਦਾ ਹੈ। ਤੇ ਜੇ 3 ਕੰਟੀਨਿਊਸ ਸਾਇਰਨ ਵੱਜ ਰਹੇ ਨੇ ਤਾਂ ਇਹਦਾ ਮਤਲਬ ਹੈ ਕਿ ਤੁਹਾਡੇ ਨਜ਼ਦੀਕ ਹੀ ਕੁਝ ਹੋਇਆ ਤੇ ਤੁਸੀਂ ਜਿੱਥੇ ਹੋ ਉੱਥੇ ਹੀ ਰਹਿਣਾ ਪਊਗਾ ਤੁਹਾਨੂੰ ਉਸ ਟਾਈਮ ਵਾਸਤੇ, ਕਿਉਂਕਿ ਉਸ ਟਾਈਮ ਤੇ ਕੁਝ ਵੀ ਇੱਕਦਮ ਬੰਬ ਬਲਾਸਟ ਹੋ ਸਕਦਾ ਹੈ। ਅਲਰਟ ਵਾਸਤੇ ਸਾਇਰਨ ਵੱਜਿਆ, ਅਸੀਂ ਫਟਾਫਟ ਮੈਟਰੋ ਸਟੇਸ਼ਨ ਤੇ ਗਏ, ਉੱਥੇ ਆਰਾਮ ਨਾਲ ਬੈਠੇ, ਅਸੀਂ ਪੂਰੀ ਰਾਤ ਉੱਥੇ ਹੀ ਨਿਕਾਲੀ। ਸਾਡੇ ਕੋਲ ਕੁਝ ਖਾਣ ਨੂੰ ਨਹੀਂ ਸੀ ਉਸ ਟਾਈਮ ਤੇ। ਮੈਂ ਫਟਾਫਟ ਖਾਣਾ ਬਣਾ ਕੇ ਹਟੀ ਸੀ ਤੇ ਖਾਣਾ ਉੱਦਾਂ ਹੀ ਘਰੇ ਰਹਿ ਗਿਆ, ਖਿੜਕੀਆਂ ਹਿਲ ਰਹੀਆਂ ਸੀਗੀਆਂ, ਪੂਰੀ ਬਿਲਡਿੰਗ ਹਿਲਣ ਲੱਗ ਗਈ ਤੇ ਮੈਂ ਫਟਾਫਟ ਸ਼ੈਲਟਰ ਲਿੱਤਾ। ਪਹਿਲਾਂ ਨੀਚੇ ਗਈ ਤੇ ਦੇਖਿਆ 2 ਮਿੰਟ ਵਾਸਤੇ ਬੰਬਾਰਡਿੰਗ ਰੁਕੀ ਤਾਂ ਮੈਂ ਫਟਾਫਟ ਮੈਟਰੋ ਸਟੇਸ਼ਨ ਦੇ ਨੀਚੇ ਪਹੁੰਚੀ। ਮੈਟਰੋ ਸਟੇਸ਼ਨ ਦੇ ਥੱਲੇ ਵੈਸੇ ਤਾਂ ਸੇਫ ਸੀਗਾ, ਪਰ ਜੇ ਉਹ ਨਿਊਕਲੀਅਰ ਅਟੈਕ ਕਰ ਦਿੰਦੇ ਤਾਂ ਕੁਝ ਵੀ ਨਹੀਂ ਬਚਣਾ ਸੀ। ਯੂਕਰੇਨ ਅਤੇ ਰੂਸ ਦੋਵਾਂ ਮੁਲਕਾਂ ਵਿਚਕਾਰ ਤਣਾਅ ਲਗਾਤਾਰ ਜਾਰੀ ਹੈ। ਅਜਿਹੇ ਸਮੇਂ ਦੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਦਾ ਯਤਨ ਹੋ ਰਿਹਾ ਹੈ। ਹੁਣ ਸ੍ਰੀ ਫਤਿਹਗੜ੍ਹ ਸਾਹਿਬ ਦੇ ਅਮਲੋਹ ਦੀ ਧੀ ਸਹੀ ਸਲਾਮਤ ਆਪਣੇ ਘਰ ਵਾਪਸ ਪਰਤੀ ਹੈ, ਜਿੱਥੇ ਪਰਿਵਾਰ ਅਤੇ ਹਲਕੇ ਦੇ ਲੋਕਾਂ ਨੇ ਉਸ ਦਾ ਸਵਾਗਤ ਕੀਤਾ। ਇਸੇ ਦੌਰਾਨ ਸਰੂਤੀ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਅੱਜ ਉਹ ਸਹੀ ਸਲਾਮਤ ਆਪਣੇ ਘਰ ਪਹੁੰਚੀ ਹੈ ਅਤੇ ਕਿਹਾ ਕਿ ਚੰਗਾ ਹੋਵੇ ਜੇਕਰ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਭਾਰਤ ਦੇ ਵਿੱਚ ਹੀ ਕੀਤਾ ਜਾਵੇ। ਮੈਂ ਅਮਲੋਹ ਦੀ ਰਹਿਣ ਵਾਲੀ ਹਾਂ ਤੇ ਮੈਂ ਆਪਣੀ MBBS ਕਰਨ ਵਾਸਤੇ ਯੂਕਰੇਨ ਵਿੱਚ ਗਈ ਸੀ, ਖਾਰਕਿਵ ਸ਼ਹਿਰ ਵਿੱਚ, ਤੇ ਇਹ ਮੇਰਾ 3rd ਈਅਰ ਸੀਗਾ। ਇਹ ਗੱਲ ਸ਼ੁਰੂ ਹੋਈ 23rd ਰਾਤ ਨੂੰ। ਮੈਂ ਨੋਰਮਲ ਜਿਵੇਂ ਲਾਈਫ ਚੱਲ ਰਹੀ ਸੀ ਉਵੇਂ ਜਾ ਰਹੀ ਸੀਗੀ ਤੇ 24 ਦੀ ਸਵੇਰ 4 ਵਜੇ ਇੱਕਦਮ ਬੰਬਾਰਡਮੈਂਟ ਸ਼ੁਰੂ ਹੋਈ, ਬੰਬ ਬਲਾਸਟ ਹੋਣੇ ਸ਼ੁਰੂ ਹੋਏ। ਅਸੀਂ ਸੋਚਿਆ ਕਿ ਸ਼ਾਇਦ ਕੁਝ ਨੋਰਮਲ ਹੈ। ਮੈਨੂੰ ਘਰੋਂ ਫੋਨ ਆਇਆ ਕਿ ਇੱਕਦਮ ਤੁਸੀਂ ਜਾ ਕੇ ਦੇਖੋ, ਨਿਊਜ਼ ਆ ਰਹੀ ਹੈ ਕਿ ਬੰਬ ਬਲਾਸਟ ਹੋ ਰਹੇ ਤੁਹਾਡੇ ਉੱਥੇ। ਪਹਿਲਾਂ ਵੀ ਨਿਊਜ਼ ਆ ਰਹੀ ਸੀਗੀ ਬਟ ਪਹਿਲਾਂ ਕੁਝ ਹੋਇਆ ਨਹੀਂ ਸੀ ਇੱਦਾਂ ਦਾ। ਉਹ ਤੋਂ ਬਾਅਦ ਅਸੀਂ ਦੇਖਿਆ, ਚੈੱਕ ਕਰਿਆ ਤਾਂ ਇੱਕਦਮ ਨਿਊਜ਼ ਆਈ ਕਿ ਤੁਸੀਂ ਇੱਕ ਮਤਲਬ ਕਿ ਮੈਟਰੋ ਸਟੇਸ਼ਨ ਦੇ ਥੱਲੇ ਜਾਂ ਇਹੋ ਜਿਹੀ ਜਗ੍ਹਾ 'ਤੇ ਕਿਤੇ ਸ਼ੈਲਟਰ ਲੈ ਲਓ ਤਾਂ ਕਿ ਤੁਸੀਂ ਮਤਲਬ ਕਿ ਕੋਈ ਦਿੱਕਤ ਨਾ ਆਵੇ ਤੁਹਾਨੂੰ। ਅਸੀਂ ਫਟਾਫਟ ਆਪਣਾ ਸਮਾਨ ਚੱਕਿਆ, ਆਪਣੇ ਦੋਸਤਾਂ ਦੇ ਘਰ ਗਏ, ਉੱਥੋਂ ਸਮਾਨ ਪੈਕ ਕਰਕੇ ਖਾਣਾ ਵਾਣਾ ਖਾ ਕੇ ਉੱਥੇ ਸਾਇਰਨ ਵੱਜਣ ਲੱਗ ਗਿਆ ਇੱਕਦਮ। ਉਹਨਾਂ ਨੇ ਸਾਨੂੰ ਮਤਲਬ ਦੱਸਿਆ ਕਿ ਅਗਰ ਇੱਕ ਸਾਇਰਨ ਵੱਜਦਾ ਇਹਦਾ ਮਤਲਬ ਹੈ ਕਿ ਡੇਂਜਰ ਨਜ਼ਦੀਕ ਹੈ, ਅਲਰਟ ਕਰਨ ਵਾਸਤੇ। ਜੇ 2 ਸਾਇਰਨ ਵੱਜ ਰਿਹਾ ਮਤਲਬ ਤੁਸੀਂ ਫਟਾਫਟ ਸ਼ੈਲਟਰ ਦੇ ਅੰਦਰ ਜਾਣਾ ਹੈ, ਕੁਝ ਵੀ ਹੋ ਸਕਦਾ ਹੈ। ਤੇ ਜੇ 3 ਕੰਟੀਨਿਊਸ ਸਾਇਰਨ ਵੱਜ ਰਹੇ ਨੇ ਤਾਂ ਇਹਦਾ ਮਤਲਬ ਹੈ ਕਿ ਤੁਹਾਡੇ ਨਜ਼ਦੀਕ ਹੀ ਕੁਝ ਹੋਇਆ ਤੇ ਤੁਸੀਂ ਜਿੱਥੇ ਹੋ ਉੱਥੇ ਹੀ ਰਹਿਣਾ ਪਊਗਾ ਤੁਹਾਨੂੰ ਉਸ ਟਾਈਮ ਵਾਸਤੇ, ਕਿਉਂਕਿ ਉਸ ਟਾਈਮ ਤੇ ਕੁਝ ਵੀ ਇੱਕਦਮ ਬੰਬ ਬਲਾਸਟ ਹੋ ਸਕਦਾ ਹੈ। ਤੇ ਅਲਰਟ ਵਾਸਤੇ ਸਾਇਰਨ ਵੱਜਿਆ, ਅਸੀਂ ਫਟਾਫਟ ਮੈਟਰੋ ਸਟੇਸ਼ਨ ਤੇ ਗਏ, ਉੱਥੇ ਆਰਾਮ ਨਾਲ ਬੈਠੇ, ਅਸੀਂ ਪੂਰੀ ਰਾਤ ਉੱਥੇ ਹੀ ਨਿਕਾਲੀ। ਸਾਡੇ ਕੋਲ ਕੁਝ ਖਾਣ ਨੂੰ ਨਹੀਂ ਸੀ ਉਸ ਟਾਈਮ ਤੇ। ਅਗਲੇ ਸਵੇਰ ਅਸੀਂ 6 ਵਜੇ ਵਾਪਸ ਗਏ, ਉੱਥੇ ਕਰਫਿਊ ਲੱਗਦਾ ਸੀਗਾ। ਸਵੇਰ 6 ਵਜੇ ਖੁੱਲ੍ਹਦਾ ਸੀਗਾ ਤੇ ਸ਼ਾਮ ਨੂੰ 4 ਵਜੇ ਲੱਗਦਾ ਸੀ। ਉਹ ਤੋਂ ਬਾਅਦ ਸਵੇਰ ਗਏ, ਅਸੀਂ ਖਾਣਾ ਵਾਣਾ ਖਾਣ ਗਏ, ਅਸੀਂ ਆਪਣੇ ਨਹਾਉਣ ਗਏ, ਇਹੋ ਜਿਹਾ ਕੰਮ ਕੀਤਾ। ਤੇ ਉਹ ਤੋਂ ਬਾਅਦ ਇੱਕਦਮ ਬੰਬ ਬਲਾਸਟ ਹੋਏ। ਮੈਨੂੰ ਘਰੋਂ ਵੀ ਕਾਲ ਆਈ ਉਸ ਟਾਈਮ ਤੇ। ਮੈਂ ਘਰ ਗੱਲ ਕਰੀ, ਘਰ ਗੱਲ ਕਰਦੇ ਕਰਦੇ ਹੀ ਬੰਬ ਬਲਾਸਟ ਹੋਣ ਲੱਗ ਗਏ। ਕੋਈ ਸਾਇਰਨ ਨਹੀਂ ਬੱਜਿਆ ਉਸ ਦਿਨ ਅਲਰਟ ਵਾਸਤੇ। ਮੈਂ ਫਟਾਫਟ ਖਾਣਾ ਬਣਾ ਕੇ ਹਟੀ ਸੀ ਤੇ ਖਾਣਾ ਉੱਦਾਂ ਹੀ ਘਰੇ ਰਹਿ ਗਿਆ, ਖਿੜਕੀਆਂ ਹਿਲ ਰਹੀਆਂ ਸੀਗੀਆਂ, ਪੂਰੀ ਬਿਲਡਿੰਗ ਹਿਲਣ ਲੱਗ ਗਈ ਤੇ ਮੈਂ ਫਟਾਫਟ ਸ਼ੈਲਟਰ ਲਿੱਤਾ। ਪਹਿਲਾਂ ਨੀਚੇ ਗਈ ਤੇ ਦੇਖਿਆ 2 ਮਿੰਟ ਵਾਸਤੇ ਬੰਬਾਰਡਿੰਗ ਰੁਕੀ ਤਾਂ ਮੈਂ ਫਟਾਫਟ ਮੈਟਰੋ ਸਟੇਸ਼ਨ ਦੇ ਨੀਚੇ ਪਹੁੰਚੀ। ਉਹ ਤੋਂ ਬਾਅਦ ਉਹਨਾਂ ਨੇ ਮੈਟਰੋ ਸਟੇਸ਼ਨ ਦੇ ਅੰਦਰ ਵੀ ਸ਼ੀਲਡ ਲਗਾਉਣੀ ਸ਼ੁਰੂ ਕਰਤੀ, ਕਿਉਂਕਿ ਬਹੁਤ ਜ਼ਿਆਦਾ ਜਿਵੇਂ ਉੱਥੇ ਐਡਮਿਨਿਸਟ੍ਰੇਸ਼ਨ ਬਿਲਡਿੰਗਸ ਨੇ ਉਹ ਸਾਰੀਆਂ ਦੇ ਬੰਬ ਬਲਾਸਟ ਹੋਣ ਲੱਗੇ। ਤੇ ਸਾਨੂੰ ਕਿਹਾ ਗਿਆ ਕਿ ਤੁਸੀਂ ਸੀਲ ਦੇ ਅੰਦਰ ਅੰਦਰ ਹੀ ਰਹਿਣਾ ਹੈ, ਕੁਝ ਨਹੀਂ ਪਤਾ ਕਿ ਕਿਸ ਟਾਈਮ ਵੀ ਹੋ ਸਕਦਾ ਹੈ। ਮੈਟਰੋ ਸਟੇਸ਼ਨ ਦੇ ਥੱਲੇ ਵੈਸੇ ਤਾਂ ਸੇਫ ਸੀਗਾ, ਪਰ ਜੇ ਉਹ ਨਿਊਕਲੀਅਰ ਅਟੈਕ ਕਰ ਦਿੰਦੇ ਤਾਂ ਕੁਝ ਵੀ ਨਹੀਂ ਬਚਣਾ ਸੀਗਾ। ਤੇ ਆਹ ਚੀਜ਼ ਸਾਰੀ ਹੋਈ ਉੱਥੇ ਮੇਰੇ ਨਾਲ। ਕਦੋਂ ਗਏ ਸੀਗੇ ਤੁਸੀਂ ਪੜ੍ਹਾਈ? ਮੈਂ ਗਈ ਸੀਗੀ 2019 ਦੇ ਵਿੱਚ, ਮੇਰਾ ਫਸਟ ਈਅਰ ਸੀਗਾ ਤੇ ਇਸ ਵਾਰ ਮੈਂ 15 ਸੈਪਟੈਂਬਰ ਨੂੰ ਗਈ ਸੀਗੀ। ਤੇ ਹੁਣ ਆਹ ਚੀਜ਼ ਹੋ ਗਈ ਤਾਂ ਮਹੀਨੇ ਦੀ ਪੜ੍ਹਾਈ ਪੈਂਡਿੰਗ ਰਹਿ ਗਈ? ਮੇਰੀ ਹਜੇ 3 ਸਾਲ ਦੀ ਪਈ ਹੈ। ਮੈਂ ਇਸ ਟਾਈਮ 6 ਸਮੈਸਟਰ 'ਚ। ਕਿੰਨੇ ਹੋਰ 6 ਸਮੈਸਟਰ ਪਏ ਹਨ। ਪੈਸੇ ਹਨ, ਕਿੰਨੀ ਇਨਵੈਸਟਮੈਂਟ ਹੋ ਚੁੱਕੀ ਹੈ ਪੜ੍ਹਾਈ 'ਚ? ਮੇਰੇ ਟੋਟਲ ਤੇ 25 ਤੋਂ 30 ਲੱਖ ਲੱਗਣੇ ਸੀਗੇ ਸਟੱਡੀ ਤੇ, ਬਟ ਹਜੇ ਤੱਕ ਫਿਰ ਹਾਫ ਉਹਦਾ। ਕਿੰਨੇ ਬੱਚੇ ਤੁਹਾਡੇ ਨਾਲ ਹੋਏ ਸੀ ਇਸ ਟਾਈਮ ਜਦ ਅਸੀਂ ਇਕੱਠੇ ਰਹਿ ਰਹੇ ਸੀਗੇ ਮੈਟਰੋ ਸਟੇਸ਼ਨ 'ਚ, ਅਸੀਂ 5 ਬੱਚੇ ਸੀਗੇ। 2 ਰਾਜਸਥਾਨ ਦੇ ਸੀਗੇ, 1 ਪੰਜਾਬ ਦੀ ਸੀਗੀ, ਹੋਰ ਅੰਮ੍ਰਿਤਸਰ ਦੀ ਤੇ 1 ਕੁਰੂਕਸ਼ੇਤਰ ਦੀ ਲੜਕੀ ਸੀ। ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਦਾ ਸੀ ਸਭ ਤੋਂ ਪਹਿਲਾਂ ਕੀ ਚੇਤੇ ਆਉਂਦਾ ਸੀ, ਕਿਹਨੂੰ ਯਾਦ ਕਰਦੇ ਸੀ? ਘਰਦਿਆਂ ਨੂੰ ਕਿ ਜੇ ਨਾ ਹੋਵੇ, ਮਤਲਬ ਇਹੋ ਜਿਹਾ ਕੁਝ ਗਲਤੀ ਨਾਲ ਵੀ ਜੇ ਕੁਝ ਹੋ ਜਾਵੇ ਤਾਂ ਉਹਨਾਂ ਦਾ ਕੀ ਹਾਲ ਹੋਊਗਾ, ਜਾਂ ਅਸੀਂ ਉਹ ਕਿਵੇਂ ਭੱਜਣਾ ਹੈ, ਤਾਂ ਉਹ ਸਭ। ਕਿਵੇਂ ਅਰੇਂਜਮੈਂਟ ਹੋਇਆ?
ਅਸੀਂ 28 ਦੀ ਰਾਤ ਨੂੰ ਸੋਚਿਆ ਕਿ ਅਸੀਂ ਇਸ ਟਾਈਮ ਫਟਾਫਟ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ ਔਰ ਸਾਡਾ ਡਿਸੀਜਨ ਬਹੁਤ ਵਧੀਆ ਸੀ। ਅਸੀਂ ਮੈਟਰੋ ਸਟੇਸ਼ਨ ਦੇ ਟਨਲਸ ਦੇ ਅੰਦਰੋਂ ਦੀ ਪਰਮਿਸ਼ਨ ਲੈ ਕੇ ਨਿਕਲੇ ਤੇ ਅਸੀਂ ਟਨਲਸ ਦੇ ਵਿੱਚ ਦੀ ਗਏ। ਉੱਥੇ ਨੀਚੇ ਇਲੈਕਟ੍ਰਿਕ ਵਾਇਰਸ ਵੀ ਸੀਗੀਆਂ, ਉਹ ਵੀ ਧਿਆਨ ਨਾਲ ਦੇਖ ਕੇ ਪ੍ਰੋਪਰ ਜਾਣਾ ਪਿਆ ਸਾਨੂੰ। ਤੇ ਕਦੇ ਖੱਡੇ ਵੀ ਸੀਗੇ, ਅੰਧੇਰਾ ਸੀਗਾ, ਕੁਝ ਦਿਖਾਈ ਨਹੀਂ ਦੇ ਰਿਹਾ ਸੀਗਾ ਤੇ ਸਾਨੂੰ ਉਵੇਂ ਜਾਣਾ ਪਿਆ। ਉਸ ਤੋਂ ਬਾਅਦ ਅਸੀਂ ਉੱਥੇ ਟ੍ਰੇਨ ਲਈ, 11:45 ਵਜੇ ਦੀ ਟ੍ਰੇਨ ਸੀਗੀ ਸਾਡੀ। 11:45 ਵਜੇ ਤੋਂ ਫਿਰ ਅਸੀਂ ਲਵੀਵ ਨਾਮ ਦਾ ਸ਼ਹਿਰ ਹੈ ਯੂਕਰੇਨ ਵਿੱਚ। ਭਾਰਤ ਸਰਕਾਰ ਨੇ ਬਹੁਤ ਸਾਡੀ ਹੈਲਪ ਕਰੀ ਸਾਨੂੰ। ਸਾਡਾ ਅੱਜ ਹੁਣ ਤੱਕ ਦਾ ਕੋਈ ਪੈਸਾ ਨਹੀਂ ਲੱਗਿਆ, ਇੱਕ ਵੀ ਪੈਸਾ ਨਹੀਂ ਲੱਗਿਆ। ਨਾ ਸਾਡੀ ਟਿਕਟ ਦਾ ਪੈਸਾ ਲੱਗਿਆ, ਨਾ ਸਾਡੀ ਟ੍ਰੇਨ ਦੀ ਟਰੈਵਲਿੰਗ ਦਾ ਪੈਸਾ ਲੱਗਿਆ, ਨਾ ਸਾਡਾ ਰਹਿਣ ਦਾ ਪੈਸਾ ਲੱਗਿਆ। ਮੈਂ ਹੰਗਰੀ ਵੀ ਰਹਿ ਕੇ ਆਈ ਹਾਂ 3 ਦਿਨ ਤੇ ਸਾਡਾ ਹੋਟਲ ਦੀ ਅਕੋਮੋਡੇਸ਼ਨ ਕੁਝ ਵੀ ਕੋਈ ਪੈਸਾ ਨਹੀਂ ਲੱਗਿਆ। ਸਾਰਾ ਜੋ ਵੀ ਖਰਚਾ ਸੀਗਾ ਸਾਰਾ ਮੋਦੀ ਦੀ ਗਵਰਨਮੈਂਟ ਨੇ, ਐਮਬੈਸੀ ਨੇ ਸਾਰਾ ਚੱਕਿਆ ਖਰਚਾ। ਸੋ ਵੀਡੀਓਜ਼ ਆ ਰਹੀਆਂ ਵੀ ਭਾਰਤ ਸਰਕਾਰ ਸੁਣਵਾਈ ਨਹੀਂ ਕਰ ਰਹੀ ਹੈ, ਵੈਸੀ ਉੱਥੇ ਦੀ ਸੁਣਵਾਈ ਨਹੀਂ ਹੈ, ਕੁਝ ਨਹੀਂ ਹੈ। ਸਾਡੇ ਜਿਹੜੀ ਸਾਨੂੰ ਅਰੇਂਜਮੈਂਟ ਦਿੱਤੇ ਗਏ ਉਹ ਸਭ ਕੁਝ ਪ੍ਰੋਪਰ ਤਰੀਕੇ ਨਾਲ ਦਿੱਤੇ ਗਿਆ। ਸਾਡਾ ਖਿਆਲ ਵੀ ਬਹੁਤ ਅੱਛੇ ਤਰੀਕੇ ਨਾਲ ਰੱਖਿਆ ਗਿਆ। ਬਹੁਤ ਪਿਆਰੇ, ਮਤਲਬ ਉਹਨਾਂ ਨੇ ਬਹੁਤ ਪਿਆਰ ਨਾਲ ਸਾਨੂੰ ਰੱਖਿਆ ਉੱਥੇ। ਬਾਰਡਰ ਤੱਕ ਕਿਵੇਂ ਪਹੁੰਚੇ ਹੋ? ਕਿਸ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਤਾਂ ਨਹੀਂ? ਨਹੀਂ, ਮੁਸ਼ਕਿਲ ਤੇ ਕੋਈ ਨਹੀਂ ਆਈ। ਬਸ ਇਦਾਂ ਸੀਗਾ ਕਿ ਡਰ ਸੀਗਾ ਕਿਉਂਕਿ ਸਾਨੂੰ ਅਲਰਟ ਆਈ ਜਾ ਰਹੇ ਸੀ ਬਾਰ-ਬਾਰ ਕਿ ਮਿਸਾਈਲ ਗਿਰਨ ਵਾਲੀ ਹੈ, ਤਾਂ ਸਿਰਫ ਉਸੇ ਚੀਜ਼ ਦਾ ਡਰ ਸੀਗਾ, ਬਾਕੀ ਸਾਨੂੰ ਕੋਈ ਡਰ ਨਹੀਂ ਸੀਗਾ। ਅੱਜ ਤੁਸੀਂ ਵਤਨ ਪਰਤੇ ਹੋ ਆਪਣੀ ਫੈਮਿਲੀ ਵਿੱਚ, ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਵਾਪਸ ਆ ਗਏ ਹਾਂ ਸਾਰੇ ਜਾਣੇ ਸੇਫਲੀ, ਔਰ ਇਹ ਸਿਰਫ ਗਵਰਨਮੈਂਟ ਦੇ ਕਾਰਨ ਹੋਇਆ, ਇੰਡੀਅਨ ਐਮਬੈਸੀ ਕਾਰਨ ਹੋਇਆ। ਤੇ ਮੈਂ ਇੱਕ ਅਪੀਲ ਜ਼ਰੂਰ ਕਰਨਾ ਚਾਹੂੰਗੀ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਮੇਰੀ ਸਟੱਡੀ ਹਾਫ ਰਹਿ ਗਈ ਹੈ, ਮੇਰੇ 3 ਇਅਰਸ ਹੋ ਗਏ ਆ, 3 ਬਾਕੀ ਅਜੇ। ਤੇ ਅਗਰ ਉਹ ਸਾਡੀ ਸਟੱਡੀ ਇੰਡੀਆ ਦੇ ਵਿੱਚ ਪਰਸਿਊ ਹੋ ਸਕੇ ਤਾਂ ਬਹੁਤ ਵਧੀਆ ਹੋਊਗਾ। ਜਿਸ ਤਰ੍ਹਾਂ ਉਹਨਾਂ ਨੇ ਸਾਡੀ ਪਹਿਲਾਂ ਇਸ ਮੁਸ਼ਕਿਲ ਟਾਈਮ ਦੇ ਵਿੱਚ ਹੈਲਪ ਕਰੀ ਹੈ, ਜੇ ਹੁਣ ਵੀ ਕਰਨਗੇ ਤਾਂ ਸਭ ਬਹੁਤ ਖੁਸ਼ੀ ਹੋਊਗੀ, ਸਾਡੇ ਪੇਰੈਂਟਸ ਵੀ ਖੁਸ਼ ਹੋਣਗੇ। ਮਤਲਬ ਹੁਣ ਤੁਸੀਂ ਯੂਕਰੇਨ ਵਾਪਸ ਨਹੀਂ ਜਾਣਾ ਚਾਹੁੰਦੇ? ਵਾਪਿਸ ਨਹੀਂ, ਉੱਥੇ ਜਾਣ ਦਾ ਇੱਕ ਰਿਸਕ ਦੁਬਾਰਾ ਫਿਰ ਹੋ ਸਕਦਾ ਹੈ, ਤਾਂ ਫਿਰ ਦੁਬਾਰਾ ਟੈਨਸ਼ਨ ਹੋਣੀ ਘਰਦਿਆਂ ਨੂੰ। ਤਾਂ ਅਗਰ ਬੈਟਰ ਹੈ ਜੇ ਉਰੇ ਸਾਡੀ ਸਟੱਡੀ ਪਰਸਿਊ ਕਰ ਦਿੱਤੀ ਜਾਵੇ ਤਾਂ ਉਹ ਜ਼ਿਆਦਾ ਬੈਟਰ ਹੈ। ਅਸੀਂ ਘਰਦੇ ਦੇ ਕੋਲ ਵੀ ਰਹਿ ਸਕਦੇ ਹਾਂ। ਫਿਰ ਕੁਝ ਅਜਿਹੀਆਂ ਵੀਡੀਓ ਵੀ ਆਈਆਂ ਸੀ ਵੀ ਬੇਟੀਆਂ ਸੇਫ ਨਹੀਂ ਗਈਆਂ ਉੱਥੇ, ਜਿਹੜੀਆਂ ਇੰਡੀਅਨ ਉਹਨਾਂ ਨਾਲ ਮਿਸਬਿਹੇਵ ਹੋ ਰਿਹਾ ਹੈ? ਨਹੀਂ ਸਰ, ਇਹੋ ਜਿਹਾ ਕੁਛ ਨਹੀਂ। ਸਾਰੇ ਬੱਚੇ ਮੇਰੇ ਨਾਲ ਦੇ ਵੀ ਲੜਕੀਆਂ ਸਾਰੇ ਆਏ हैं, ਸਾਰੇ ਆਪਣੇ ਘਰ ਸੇਫ ਪਹੁੰਚ ਚੁੱਕੇ ਨੇ। बहुत अच्छा लग रहा है, बहुत खुशी महसूस हो रही है भी साडा बच्चा सेफली वापस आया साडे कोले। भी एक माँ ਲਈ ਆਪਣੇ ਬੱਚੇ ਲਈ ਕੀ ਉਹ ਮਾਇਨੇ ਤੇ ਰੱਖਦੀ ਹੈ। ਸਭ ਤੋਂ ਵੱਧ ਭਰੋਸਾ ਜਿਹਦੇ ਤੇ ਸੀਗਾ ਵੀ ਵਾਪਸ ਆਏਗਾ? ਆਪਣੇ ਭਗਵਾਨ ਤੇ ਭਰੋਸਾ ਸੀ, ਆਪਣੀ ਗਵਰਨਮੈਂਟ ਤੇ ਵੀ ਭਰੋਸਾ ਸੀਗਾ, ਜਿਨ੍ਹਾਂ ਦੇ ਥਰੂ ਇਹ ਆਏ ਹੈ ਉਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਬੱਚੇ ਸੇਫਲੀ ਆਏ ਆ। ਉਹਨਾਂ ਲਈ ਪੂਰਾ ਇੰਤਜ਼ਾਮ ਕਰਿਆ ਗਿਆ ਸਾਰਾ। ਬਹੁਤ ਬੁਰਾ ਹਾਲ ਸੀ, ਕੰਡੀਸ਼ਨ ਇੰਨੀ ਖਰਾਬ ਸੀ, ਇਹਦੀ ਟੈਨਸ਼ਨ ਹਰ ਟਾਈਮ ਰਹਿੰਦੀ ਸੀ ਵੀ ਬੱਚਾ ਕਿਵੇਂ ਖਾ ਰਿਹਾ, ਕਿਵੇਂ ਰਹਿ ਰਿਹਾ ਬੱਚਾ। ਵੀ ਬਹੁਤ ਬੁਰੀ ਹਾਲਤ ਸੀ ਸਾਡੇ ਘਰਦਿਆਂ ਦੀ। ਪੱਤਰਕਾਰ ਭਾਈਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਮੋਦੀ ਸਰਕਾਰ ਤੱਕ ਪਹੁੰਚਾਈ। ਨੰਬਰ 2 ਤੇ ਸਾਰਿਆਂ ਦਾ ਆਸ਼ੀਰਵਾਦ ਜਿਹਦੇ ਕਰਕੇ ਬੱਚੀ ਵਾਪਸ ਆਈ। ਨੰਬਰ 3 ਮੋਦੀ ਸਰਕਾਰ ਨੂੰ ਇਹੀ ਅਪੀਲ ਜੋ ਇਹ ਗੁੜੀਆਂ ਨੇ ਪਹਿਲਾਂ ਵੀ ਕਹੀ ਹੈ ਕਿ ਜੇ ਇਹਦੀ ਪੜ੍ਹਾਈ ਉਰੇ ਹੋ ਜਾਵੇ ਤਾਂ ਉਸ ਤੋਂ ਵਧੀਆ ਸਾਡੇ ਵਾਸਤੇ ਹੋਰ ਕੁਝ ਨਹੀਂ। ਬੀਜੇਪੀ ਦੇ ਲੀਡਰ ਕਵਰਵੀਰ ਸਿੰਘ ਟੌੜਾ ਨੇ ਕਿਹਾ ਕਿ ਭਾਰਤ ਸਰਕਾਰ ਯੂਕਰੇਨ 'ਚ ਫਸੇ ਬੱਚਿਆਂ ਨੂੰ ਵਾਪਸ ਲਿਆਉਣ ਦੇ ਲਈ ਹਰ ਸੰਭਵ ਯਤਨ ਕਰ ਰਹੀ ਹੈ। ਜਿੱਥੇ ਤੱਕ ਉਹਨਾਂ ਦੀ ਪੜ੍ਹਾਈ ਦਾ ਸਵਾਲ ਹੈ, ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ। ਜਿਹੜੀ ਗਰਾਊਂਡ ਰਿਐਲਿਟੀ ਹੈ ਜੀ, ਉੱਥੇ ਬਹੁਤ ਵਧੀਆ ਤਰੀਕੇ ਨਾਲ, ਜਿਵੇਂ ਇਹਨਾਂ ਨੇ ਦੱਸਿਆ ਕਿ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਉੱਥੇ ਰੱਖਿਆ ਵੀ ਜਾ ਰਿਹਾ, ਬੱਚਿਆਂ ਦੀ ਹਰ ਗੱਲ ਸੁਣੀ ਵੀ ਜਾ ਰਹੀ ਹੈ। ਇਨਫੈਕਟ ਤੁਸੀਂ ਇਹ ਦੇਖੋ ਇੰਨਾ ਵਧੀਆ ਮੈਕੈਨਿਜ਼ਮ ਮੋਦੀ ਗਵਰਨਮੈਂਟ ਨੇ ਕੀਤਾ ਕਿ ਪ੍ਰਸ਼ਾਸਨ ਦਾ ਤਾਂ ਜਿਹੜਾ ਉਹਨਾਂ ਨੇ ਅੱਡ ਲਾਇਆ, ਸਾਨੂੰ ਵੀ ਉਹਨਾਂ ਦੀ ਉਹ ਆਉਂਦੀ ਰਹੀ ਹੈ ਕਿ ਤੁਸੀਂ ਬੱਚਾ ਕਿੱਥੇ ਪਹੁੰਚ ਗਿਆ, ਟ੍ਰੇਨ ਮਿਲ ਗਈ, ਬੱਸ ਮਿਲ ਗਈ, ਬੋਰਡਿੰਗ ਪਾਸ ਮਿਲ ਗਿਆ। ਉਹ ਵੀ ਅਸੀਂ ਫੈਮਿਲੀ ਤੋਂ ਪੁੱਛ ਕੇ ਅਸੀਂ ਦੱਸਦੇ ਰਹੇ ਹਾਂ ਕਿ ਹੁਣ ਉਹਨਾਂ ਨੂੰ ਟ੍ਰੇਨ ਮਿਲ ਗਈ, ਹੁਣ ਬੋਰਡਿੰਗ ਪਾਸ ਮਿਲ ਗਿਆ, ਹੁਣ ਫਲਾਈਟ ਲੈ ਲਈ। ਇੰਨੇ ਵਧੀਆ ਮੈਕੈਨਿਜ਼ਮ ਦੇ ਵਿੱਚ ਆਪਾਂ ਕਿਵੇਂ ਕਹਿ ਸਕਦੇ ਹਾਂ ਜੀ ਉੱਥੇ ਪੁੱਛ-ਗਿੱਛ ਨਹੀਂ ਹੋ ਰਹੀ। ਬਹੁਤ ਵਧੀਆ ਤਰੀਕਾ ਹੁਣ ਸ਼ਰੂਤੀ ਜੀ ਨੇ ਵੀ ਦੱਸਿਆ ਕਿ ਕੋਈ ਉੱਥੇ ਇਹਨਾਂ ਨੂੰ ਕੋਈ ਚਾਰਜਿਸ ਨਹੀਂ ਰਹੇ, ਇਹ 3 ਦਿਨ ਹੋਟਲ ਰਹੇ, ਕੋਈ ਫਲਾਈਟ ਦਾ ਕੋਈ ਵੀ ਉੱਥੇ ਇਹਨਾਂ ਤੋਂ ਚਾਰਜ ਨਹੀਂ ਲਿਆ ਰਿਹਾ, ਸਾਰਾ ਮੋਦੀ ਗਵਰਨਮੈਂਟ ਨੇ ਆਪ ਪੇ ਕੀਤਾ ਜੀ। ਤੇ ਬੱਚਿਆਂ ਨੂੰ ਪੂਰਾ ਜਿਵੇਂ ਸਟੱਡੀ ਦੀ ਗੱਲ ਆ ਰਹੀ ਹੈ ਕਿ ਸਰਕਾਰ ਕੋਲ ਸਹੂਲਤ ਦੱਸੋਗੇ ਇਸ ਤਰ੍ਹਾਂ ਇਹਨਾਂ ਨੇ ਹੁਣ ਮੰਗ ਕੀਤੀ ਹੈ? ਹਾਂਜੀ, ਉਹ ਆਲਰੇਡੀ ਗਵਰਨਮੈਂਟ ਫੈਸਲਾ ਲੈ ਚੁੱਕੀ ਹੈ ਜੀ। ਕਿਤੇ ਨਾ ਕਿਤੇ ਅਸੀਂ ਵੀ ਅਪਰੋਚ ਕਰਾਂਗੇ, ਪਰ ਉਹ ਆਲਰੇਡੀ ਉਹਨਾਂ ਨੇ ਫੈਸਲਾ ਲਿਆ ਕਿ ਬੱਚਿਆਂ ਨੂੰ ਹੁਣ ਉਹਨਾਂ ਦੀ ਅੱਗੇ ਵਾਲੀ ਜਿਹੜੀ ਪੜ੍ਹਾਈ ਆ ਉਰੀ ਕਰਾਈ ਜਾਊਗੀ ਇੰਡੀਆ 'ਚ। ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਜੀ 11 ਬੱਚੇ ਨੇ, ਪਰ ਜਿਹੜੀ ਸਾਡੀ ਲਿਸਟ ਸਾਡੇ ਕੋਲ ਆਈ ਆ ਉਹ ਸਾਡੇ ਹਲਕੇ ਦੇ 3 ਬੱਚੇ ਹੈ ਤੇ ਉਹਨਾਂ 'ਚੋਂ ਇੱਕ ਆਲਰੇਡੀ ਆ ਚੁੱਕੇ ਨੇ, ਇੱਕ ਇਹ ਆ ਗਏ ਨੇ ਤੇ ਇੱਕ ਔਨ ਦ ਵੇ ਨੇ। ਤੇ ਜੇ ਕੋਈ ਹੋਰ ਵੀ ਹੈਗੇ ਨੇ ਅਸੀਂ ਬਾਕੀ ਸਾਰਿਆਂ ਨੂੰ ਪੁੱਛ ਰਹੇ ਹਾਂ, ਜਿੱਥੇ ਸਾਡੇ ਕੰਟੈਕਟਸ ਨੇ। ਜੇ ਕੋਈ ਬੱਚਾ ਸਾਨੂੰ ਉਹਨਾਂ ਦੀਆਂ ਡਿਟੇਲਸ ਦਿਓ ਤਾਂ ਕਿ ਅਸੀਂ ਉਹ ਉੱਪਰ ਤੱਕ ਪੀਐਮਓ ਆਫਿਸ ਤੱਕ ਪਹੁੰਚਾਈਏ। ਦੱਸ ਦਈਏ ਕਿ ਇਸ ਜੰਗ ਦੇ ਵਿੱਚ ਕੀਮਤੀ ਜਾਨਾਂ ਜਾ ਰਹੀਆਂ ਨੇ, ਉੱਥੇ ਹੀ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ। ਇਸ ਲਈ ਯੂਕਰੇਨ ਦੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਗਵਾਂਢੀ ਮੁਲਕਾਂ ਦਾ ਸਹਾਰਾ ਲੈ ਰਹੇ ਨੇ।
ਸ੍ਰੀ ਫਤਿਹਗੜ੍ਹ ਸਾਹਿਬ ਤੋਂ ਧਰਮਿੰਦਰ ਸਿੰਘ ਦੀ ਰਿਪੋਰਟ। ਵਿਧਾਨ ਸਭਾ ਨਤੀਜੇ D5 ਦੇ ਨਾਲ ਖੁੱਲੇਗੀ ਉਮੀਦਵਾਰਾਂ ਦੀ EVM ਮਸ਼ੀਨਾਂ 'ਚ ਬੰਦ ਕਿਸਮਤ। ਕੌਣ ਬਣੇਗਾ MLA? ਕਿਹਦੇ ਸਿਰ ਤੇ ਸਜੇਗਾ ਮੁੱਖ ਮੰਤਰੀ ਦਾ ਤਾਜ? ਕਿਹੜੀ ਧਿਰ ਨੂੰ ਮਿਲੇਗਾ ਬਹੁਮਤ? ਕੀ ਸੱਚਮੁੱਚ ਬਹੁਮਤ ਨਾਲ ਹੀ ਬਣੇਗੀ ਸਰਕਾਰ? ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਲੈ ਕੇ ਅੰਤ ਤੱਕ ਦੇਵਾਂਗੇ ਹਰ ਹਲਕੇ ਦੀ ਜਾਣਕਾਰੀ। ਸਾਰਾ ਦਿਨ ਰਹਾਂਗੇ ਤੁਹਾਡੇ ਨਾਲ। ਦੇਖਣਾ ਨਾ ਭੁੱਲਣਾ 10 ਮਾਰਚ ਨੂੰ ਲਾਈਵ ਪ੍ਰੋਗਰਾਮ ਵਿਧਾਨ ਸਭਾ ਚੋਣਾਂ 2022। ਫੈਸਲਾ ਪੰਜਾਬ ਦਾ।